गुरु साहिब जी। हो आया दूरों चल के मैं तकी तो सरनाए जियो। मैं आसा रखी चित में मेरा सबो दुख गवाए जियो। तुम्हारी सरना तुम्हारी आसा तुम ही सजन सुहेले। राखो राखनहार दयाला नानक घर के गोले। सुखाओ टल गुरु सेविया अहनिस सहज सुभाए। दर्शन परसिया गुरु के जन्म मरण दुख जाय। होवै सिफत खसंबंधी नूर अरसों कुरसों चटिया। तुद डिठे सच्चे पातशाह मल जन्म जन्म दी कटिया। तुद डिठे सच्चे पातशाह मल जन्म जन्म दी कटिया। सतनाम श्री वाहिगुरु साहिब जीओ। श्लोक महला तीजा। हस्ती सिर ज्यों अंकस ऐरन ज्यों सिर दे। मन तन आगे राख के उबी सेव करे। यो गुरमुख आप निवारिए सब राज श्रेष्ठ काले। नानक गुरमुख बुझिए जा आपे नदर करे। हस्ती सिर ज्यों अंकस है ऐरण ज्यों सिर दे। वाहिगुरु जी का खालसा वाहिगुरु जी की फतेह। जुग जुग अटल चवर तख्त संघासन दे मालक गरीब नवाज सतगुरु गुरु ग्रंथ साहिब जियां दी पवित्र पावन हजूरी अंदर विराजमान हो रही गुरु की संगत। सतगुरां ने कृपा करके अमृत वेले तो नाम गुरबाणी की वरखा करदियां होया वडभागी गुरमुख रूहां जड़ियां ने गुरु दरबार विच जुड़ के सतगुरां की अमृत बाणी की दात इस अमृत नाम दे विच आप संगतां इशनान कर रहे हो। वड्डे भाग ने जो ऐसा समा महाराज साहब जी ने बख्शिश किया है। इस वेले आपां लड़ीवार सतगुरां दी गुरबाणी शब्द दी विचार सरवण करन वास्ते गुरु दरबार विच एकत्रित होए हाँ। आओ कुछ समय लिए अपने मन के ध्यान नूं टकाईए। भावना दे नाल शरधा दे नाल सतगुरां दे जो बचन ने उन्होंने सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जी। श्लोक महला तीजा।
हस्ती सिरजो अंकस है, अहरण जो सिर दे। ਗਰੀਬ ਨਵਾਜ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦਾ ਇਹ ਜੋ ਪਵਿੱਤਰ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ 647 ਅੰਗ ਦੇ ਉੱਪਰ ਸਭ ਤੋਂ ਇਹ ਅਖੀਰਲਾ ਸ਼ਬਦ ਜਿਹੜਾ ਹੈ ਉਹ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਜੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੀ ਗੁਰਤਾ ਗੱਦੀ 'ਤੇ ਤੀਜੇ ਨੰਬਰ 'ਤੇ ਤੀਸਰੀ ਥਾਂ 'ਤੇ ਬੈਠੇ ਐਸੇ ਸਤਿਗੁਰਾਂ ਦੇ ਇਹ ਜਿਹੜੇ ਬਚਨ ਹਨ ਆਪਾਂ ਸਰਵਣ ਕਰ ਰਹੇ ਹਾਂ। ਗੁਰਮੁਖੋ ਸ਼ਲੋਕ ਤੋਂ ਭਾਵ ਹੁੰਦਾ ਸਵੈ ਲੋਕ, ਉਹ ਲੋਕ ਜਿਸ ਲੋਕ ਦੀ ਇਹ ਬਾਣੀ ਹੈ, ਜਿਹੜਾ ਇਸ ਬਾਣੀ ਨੂੰ ਪੜ੍ਹੇਗਾ ਉਹ ਵਿਅਕਤੀ, ਉਹ ਜੀਵ, ਉਹ ਗੁਰਮੁਖ ਉਸ ਲੋਕ ਦਾ ਮਾਲਕ ਬਣ ਜਾਏਗਾ, ਉਸ ਨੂੰ ਪ੍ਰਾਪਤੀ ਹੋ ਜਾਏਗੀ। ਜਿਵੇਂ ਆਪਾਂ ਇੱਕ ਉਦਾਹਰਨ ਸਰਵਣ ਕਰਦੇ ਹਾਂ ਕਿ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਇੱਕ ਵਾਰੀ ਤੀਰਾਂ ਨੂੰ ਹਿਮਾਯੂ ਪੰਛੀ ਦੇ ਖੰਭ ਲੱਗੇ ਹੋਏ, ਸਤਿਗੁਰਾਂ ਨੇ ਤੀਰ ਚਲਾਇਆ ਅਤੇ ਸਿੱਖਾਂ ਨੂੰ ਆਖਿਆ ਜਾਓ ਲੱਭ ਕੇ ਲੈ ਕੇ ਆਓ। ਲੱਭਣ ਗਏ ਗੁਰੂ ਕੇ ਸਿੱਖ, ਪਰ ਤੀਰ ਲੱਭਿਆ ਨਹੀਂ। ਆ ਕੇ ਪੁੱਛਿਆ ਮਹਾਰਾਜ ਯਤਨ ਬੜਾ ਕੀਤਾ ਪਰ ਲੱਭਿਆ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਤੀਰ ਧਰਤੀ 'ਤੇ ਆਇਆ ਹੀ ਨਹੀਂ। ਮਹਾਰਾਜ ਫਿਰ ਕਿੱਧਰ ਚਲੇ ਗਿਆ? ਪਾਤਸ਼ਾਹ ਕਹਿਣ ਲੱਗੇ ਪੰਛੀ ਦੇ ਖੰਭ ਉਸ ਤੀਰ ਦੇ ਨਾਲ ਸਨ, ਉਹ ਪੰਛੀ ਆਕਾਸ਼ ਦੇ ਵਿੱਚ ਰਹਿੰਦਾ ਹੈ, ਉਹ ਤੀਰ ਨੂੰ ਉਡਾ ਕੇ ਖੰਭ ਆਕਾਸ਼ ਨੂੰ ਹੀ ਲੈ ਗਏ। ਇਹ ਇੱਕ ਉਦਾਹਰਣ ਹੈ। ਆਪਾਂ ਕਈ ਵਾਰੀ ਇਹ ਬਚਨ ਸਰਵਣ ਕੀਤਾ ਹੈ ਤਾਂ ਕਿ ਸਮਝ ਪੈ ਜਾਵੇ ਸਵੈ ਲੋਕ ਇਹਨੂੰ ਕਹਿੰਦੇ ਨੇ। ਇਸੇ ਤਰ੍ਹਾਂ ਗੁਰਮੁਖੋ ਇਹ ਬਾਣੀ ਸੱਚਖੰਡ ਤੋਂ ਆਈ ਹੈ, ਨਿਰੰਕਾਰ ਦੇ ਹਿਰਦੇ ਵਿੱਚੋਂ ਬਾਣੀ ਨਿਕਲੀ ਹੈ। ਇਹ ਬਾਣੀ ਖੁਦ ਨਿਰੰਕਾਰ ਦਾ ਸਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਮਹਾਰਾਜ ਦੇ ਆਪਣੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕੋਈ ਭਰਮ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਸਾਨੂੰ ਇਹ ਬਾਣੀ ਪੜ੍ਹਨੀ ਨਹੀਂ ਆਉਂਦੀ, ਸਮਝਣੀ ਨਹੀਂ ਆਉਂਦੀ, ਜਾਂ ਇਸ ਗੁਰਬਾਣੀ ਦਾ ਚਿੰਤਨ ਕਰਨਾ ਨਹੀਂ ਆਉਂਦਾ, ਕਮਾਈ ਨਹੀਂ ਕਰਨੀ ਆਉਂਦੀ। ਅਸੀਂ ਭੜਕਦੇ ਪਏ ਥਾਵਾਂ ਥਾਵਾਂ 'ਤੇ, ਪਰ ਬਾਣੀ ਹੈ ਨਿਰੰਕਾਰ ਦਾ ਹੀ ਰੂਪ ਹੈ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਿਰੰਕਾਰੀ ਬਾਣੀ ਨੂੰ ਜਿਹੜਾ ਪੜ੍ਹੇਗਾ ਨਾ ਉਹ ਨਿਰੰਕਾਰ ਦੇ ਦੇਸ਼ ਦਾ ਵਾਸੀ ਬਣ ਜਾਏਗਾ, ਨਿਰੰਕਾਰ ਦੀ ਪ੍ਰਾਪਤੀ ਹੋ ਜਾਏਗੀ। ਇਹ ਬਚਨ ਮਹਾਰਾਜ ਨੇ ਲਿਖਿਆ ਸਵੈ ਲੋਕ, ਉਹ ਲੋਕ ਜਿੱਥੋਂ ਇਹ ਬਾਣੀ ਆਈ ਹੈ ਸੱਚਖੰਡ ਤੋਂ, ਪੜ੍ਹਨ ਵਾਲੇ ਵੀ ਸੱਚਖੰਡ ਦੇ ਵਾਸੀ ਬਣ ਜਾਣਗੇ। ਇਹ ਸਵੈ ਲੋਕ ਦਾ ਭਾਵ ਹੈ। ਅਤੇ ਮਹਾਰਾਜ ਸਾਹਿਬ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਦਾ ਉਪਦੇਸ਼ ਬਖਸ਼ਦੇ ਹਨ। ਹਸਤੀ ਸਿਰਜੋ ਅੰਕਸ ਹੈ। ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਣ ਵਾਸਤੇ ਅਸੀਂ ਇਹ ਸਵਾਲ ਵਾਰ-ਵਾਰ ਕਰਦੇ ਹਾਂ। ਮਨ ਬੜਾ ਬਲ ਵਾਲਾ ਹੈ, ਮਨ ਬੜਾ ਤਾਕਤ ਵਾਲਾ ਹੈ, ਮਨ ਨੂੰ ਸਾਂਭਣਾ ਕੰਟਰੋਲ ਕਰਨਾ ਬੜਾ ਔਖਾ, ਮਨ ਨੂੰ ਮੋੜਨਾ ਬੜਾ ਔਖਾ। ਅਤੇ ਪਾਤਸ਼ਾਹ ਕਹਿਣ ਲੱਗੇ ਇੱਕ ਤੇਰੇ ਸਾਹਮਣੇ ਦੁਨੀਆ ਦੀ ਉਦਾਹਰਨ ਦੇ ਦਈਏ। ਹਸਤੀ ਨਾਮ ਗੁਰਮੁਖੋ ਹਾਥੀ ਦਾ ਹੈ। ਹੁਣ ਹਾਥੀ ਵੀ ਤਾਂ ਹੈ ਨਾ ਬੜੇ ਬਲ ਵਾਲਾ, ਬੜੇ ਜ਼ੋਰ ਵਾਲਾ, ਬੜੀ ਤਾਕਤ ਹੈ, ਪਰ ਹਾਥੀ ਨੂੰ ਵੀ ਕਹਿਣੇ ਵਿੱਚ ਚਲਾਇਆ ਜਾਂਦਾ, ਹੁਕਮ ਦੇ ਵਿੱਚ ਚਲਾਇਆ ਜਾਂਦਾ। ਮਹਾਵਤ ਉਹਦੇ ਸਿਰ 'ਤੇ ਬੈਠਾ ਹੋਇਆ, ਆਪਣੇ ਪੈਰ ਦੀ ਅੱਡੀ ਦਾ ਇਸ਼ਾਰਾ ਦਿੰਦਾ ਹਾਥੀ ਨੂੰ, ਸੱਜੇ ਮੋੜ ਲਓ, ਖੱਬੇ ਮੋੜ ਲਓ, ਬੈਠਣ ਵਾਸਤੇ, ਉੱਠਣ ਵਾਸਤੇ। ਹਾਥੀ ਬੜੇ ਕਹਿਣੇ ਵਿੱਚ ਚੱਲਦਾ ਪਿਆ, ਹੈ ਬੜੀ ਤਾਕਤ ਵਾਲਾ, ਪਰ ਹੈ ਅੱਜ ਕਹਿਣੇ ਵਿੱਚ, ਹੁਕਮ ਦੇ ਵਿੱਚ। ਕਿਵੇਂ ਹੋਇਆ? ਹਾਥੀ ਫੜਨ ਵਾਲਿਆਂ ਨੇ ਵੱਡਾ ਸਾਰਾ ਟੋਇਆ ਪੱਟ ਕੇ ਉਹਦੇ ਉੱਪਰ ਛੱਤ ਪਾ ਦਿੱਤੀ, ਕੱਖ ਰੱਖ ਦਿੱਤੇ। ਹਾਥੀ ਲੰਘਦਾ ਲੰਘਦਾ ਉਹਦੇ ਵਿੱਚ ਡਿੱਗ ਪਿਆ, ਡਿੱਗਿਆ। ਹੁਣ ਹਾਥੀ ਤੋਂ ਟੋਏ ਵਿੱਚੋਂ ਬਾਹਰ ਨਹੀਂ ਨਿਕਲਿਆ ਜਾਏਗਾ। ਕਈ ਦਿਨ ਭੁੱਖਾ ਰੱਖਿਆ, ਪਿਆਸਾ ਰੱਖਿਆ। ਜਦੋਂ ਕਮਜ਼ੋਰ ਹੋ ਗਿਆ ਤੇ ਫਿਰ ਵੱਡੇ ਵੱਡੇ ਰੱਸੇ ਪਾ ਕੇ ਉਸ ਨੂੰ ਟੋਏ ਵਿੱਚੋਂ ਬਾਹਰ ਕੱਢਿਆ। ਹੁਣ ਉਸ ਹਾਥੀ ਨੂੰ ਓਨੀ ਖੁਰਾਕ ਦਿੱਤੀ ਜਾਂਦੀ ਹੈ ਕਿ ਉਹ ਜਿਉਂਦਾ ਰਵੇ, ਮਰੇ ਨਾ, ਪਰ ਰਜਵੀਂ ਖੁਰਾਕ ਨਹੀਂ ਹੈ। ਅਤੇ ਨਾਲ ਹੀ ਲੋਹੇ ਦਾ ਕੁੰਡਾ, ਇੱਕ ਔਜ਼ਾਰ ਇਹੋ ਜਿਹਾ ਜਿਹਦਾ ਹੱਥੀ ਮੋਟੀ ਹੈ, ਫੜਨ ਵਾਲਾ ਪਾਸਾ ਮੋਟਾ ਹੈ, ਅਗਲੇ ਪਾਸਿਓਂ ਤਿੱਖਾ, ਕੁੰਡੇ ਦੇ ਵਾਂਗ ਮੁੜਿਆ ਹੋਇਆ। ਉਹ ਫਿਰ ਸਿਖਾਉਣ ਵਾਲਾ ਜਿਹੜਾ ਨਾ ਹਾਥੀ ਨੂੰ ਪੜ੍ਹਾਉਣ ਵਾਲਾ, ਉਹ ਹਾਥੀ ਦੇ ਸਿਰ ਵਿੱਚ ਮਾਰਦਾ। ਹਾਥੀ ਨੂੰ ਉਹਦੇ ਨਾਲ ਬੜੀ ਪੀੜ ਹੁੰਦੀ ਹੈ, ਬੜਾ ਦਰਦ ਹੁੰਦਾ। ਵਾਰ-ਵਾਰ ਕੇ ਉਹਦੇ ਸਿਰ ਵਿੱਚ ਮਾਰ-ਮਾਰ ਕੇ ਉਹ ਕੁੰਡਾ ਉਹਨੂੰ ਸਿਖਾਇਆ ਜਾਂਦਾ, ਜਦੋਂ ਆਹ ਇਸ਼ਾਰਾ ਕਰਾਂਗੇ ਤੂੰ ਬੈਠਣਾ ਹੈ,
ਜਦੋਂ ਇਹ ਇਸ਼ਾਰਾ ਕਰਾਂਗੇ ਤੂੰ ਉੱਠਣਾ ਹੈ। ਫਿਰ ਕੁੰਡਾ ਮਾਰ ਕੇ ਦੱਸਿਆ ਜਾਂਦਾ ਇਹ ਇਸ਼ਾਰਾ ਕਰਾਂਗੇ ਤੂੰ ਚੀਕ ਮਾਰਨੀ ਹੈ। ਤੇ ਹਾਥੀ ਆਪਣੇ ਪਿੰਡਾਂ ਵਿੱਚ ਆਉਂਦੇ, ਸ਼ਹਿਰਾਂ ਵਿੱਚ ਆਉਂਦੇ, ਗਲੀਆਂ ਵਿੱਚ ਆਉਂਦੇ, ਆਪਾਂ ਵੇਖਦੇ ਹਾਂ। ਹਾਥੀ ਇੰਨਾ ਡਰਾ ਲਿਆ ਗਿਆ, ਇੰਨਾ ਸਿਖਾ ਲਿਆ ਗਿਆ ਕਿ ਹੁਣ ਕੁੰਡੇ ਦੀ ਵੀ ਲੋੜ ਨਹੀਂ ਹੈ। ਪੈਰ ਦੀ ਅੱਡੀ ਮਾੜੀ ਜੀ ਮਾਰੋ ਤੇ ਉਸੇ ਵੇਲੇ ਜੋ ਕਹੋ ਹਾਥੀ ਕਰਦਾ। ਪਰ ਇੰਨਾ ਤਾਕਤ ਵਾਲਾ ਜਾਨਵਰ ਇੱਕ ਪੈਰ ਦੀ ਅੱਡੀ ਤੋਂ ਡਰਦਾ ਪਿਆ। ਉਹਦਾ ਕਾਰਨ ਇਹ ਹੈ ਕਿ ਜਦੋਂ ਉਸ ਨੂੰ ਸਿਖਾਇਆ ਗਿਆ ਨਾ, ਉਦੋਂ ਉਹਦੇ ਸਿਰ ਵਿੱਚ ਲੋਹੇ ਦੇ ਕੁੰਡੇ ਵੱਜੇ। ਉਹਨੂੰ ਦਰਦ ਨਹੀਂ ਹੋਈ, ਉਹਨੂੰ ਪੀੜ ਨਹੀਂ ਹੋਈ। ਉਹਦੇ ਮਨ ਵਿੱਚ ਡਰ ਇੰਨਾ ਪੈਦਾ ਹੋ ਗਿਆ, ਉਹ ਦੁਬਾਰਾ ਹਿੰਮਤ ਨਹੀਂ ਕਰਦਾ, ਯੁਰਤ ਨਹੀਂ ਕਰਦਾ ਵੀ ਕਹਿਣੇ ਤੋਂ ਬਾਹਰ ਜਾਵਾਂ। ਪਾਤਸ਼ਾਹ ਕਹਿਣ ਲੱਗੇ ਉਦਾਹਰਣ ਹੈ ਹਸਤੀ ਸਿਰਜੋ ਅੰਕਸ ਹੈ। ਹਾਥੀ ਜਿਹੜਾ ਹੈ ਨਾ, ਉਹ ਕੁੰਡੇ ਦੇ ਥੱਲੇ ਆਪਣੇ ਆਪ ਨੂੰ ਹਮੇਸ਼ਾ ਲੈ ਕੇ ਚੱਲਦਾ। ਕੁੰਡਾ ਉਹਦੇ ਸਿਰ ਤੇ ਹੁੰਦਾ, ਜਿਵੇਂ ਉਸ ਨੂੰ ਪ੍ਰੇਰਿਆ ਜਾਂਦਾ ਹਾਥੀ ਉਵੇਂ ਤੁਰਦਾ ਹੈ। ਅਹਰਣ ਜੋ ਸਿਰ ਦੇ। ਇਸੇ ਤਰ੍ਹਾਂ ਅਹਰਨ ਨਾਮ ਗੁਰਮੁਖੋ ਇੱਕ ਲੋਹੇ ਦਾ ਟੋਟਾ ਹੈ। ਉਹਦੇ ਉੱਪਰ ਜਿਹੜੇ ਲੋਹਾਰ ਲੋਕ ਨੇ ਨਾ, ਜਦੋਂ ਲੋਹੇ ਨੂੰ ਕੁੱਟਦੇ ਨੇ, ਅਹਰਨ ਦੇ ਉੱਪਰ ਲੋਹਾ ਰੱਖ ਕੇ ਤੇ ਉੱਪਰੋਂ ਵੱਡੇ ਵੱਡੇ ਵਿਦਾਨ ਲੈ ਕੇ, ਵੱਡੇ ਵੱਡੇ ਹਥੌੜੇ ਲੈ ਕੇ ਤੇ ਕੁੱਟਿਆ ਜਾਂਦਾ। ਲੋਹੇ ਨੂੰ ਮੋੜਨ ਵਾਸਤੇ, ਬਰੀਕ ਕਰਨ ਵਾਸਤੇ, ਪਤਲਾ ਕਰਨ ਵਾਸਤੇ, ਲੰਬਾ ਕਰਨ ਵਾਸਤੇ। ਪਰ ਅਹਰਨ ਨੇ ਕਦੇ ਇਹ ਨਹੀਂ ਆਖਿਆ ਵੀ ਮੇਰਾ ਕੀ ਕਸੂਰ ਹੈ, ਤੁਸੀਂ ਮੋੜਨਾ ਤੇ ਲੋਹੇ ਨੂੰ ਹੈ, ਪਤਲਾ ਮੋਟਾ ਤੇ ਉਹਨੂੰ ਕਰਨਾ, ਲੰਮਾ ਤੇ ਉਹਨੂੰ ਕਰਨਾ, ਪਰ ਮੇਰਾ ਤੇ ਕੋਈ ਕਸੂਰ ਨਹੀਂ ਨਾ, ਮੇਰੇ ਤੇ ਥੋੜੇ ਕਿਉਂ ਮਾਰਦੇ ਪਏ। ਪਰ ਨਹੀਂ, ਅਹਰਨ ਇਹ ਗੱਲ ਨਹੀਂ ਕਹਿੰਦੀ ਹੈ, ਚੁੱਪ ਕਰਕੇ ਪਈ ਹੋਈ ਹੈ, ਆਪਣੇ ਉੱਪਰ ਥੋੜੇ ਸਹਾਰਦੀ ਹੈ, ਥੋੜਿਆਂ ਦੀ ਮਾਰ ਆਪਣੇ ਤੇ ਸਹਿੰਦੀ ਹੈ। ਇਹ ਸਤਿਗੁਰੂ ਪਾਤਸ਼ਾਹ ਨੇ ਦੋ ਉਦਾਹਰਨਾਂ ਦਿੱਤੀਆਂ। ਇੱਕ ਹਾਥੀ ਦੀ ਹੈ, ਹਾਥੀ ਬੜਾ ਤਾਕਤ ਵਾਲਾ, ਬੜਾ ਜ਼ੋਰ ਵਾਲਾ ਹੈ, ਪਰ ਉਹ ਵੀ ਕਹਿਣੇ ਦੇ ਵਿੱਚ ਹੈ, ਕੁੰਡੇ ਦਾ ਡਰ ਹੈ। ਕੁੰਡੇ ਦੇ ਡਰ ਕਰਕੇ ਹਾਥੀ ਹੁਕਮ ਤੋਂ ਬਾਹਰੀ ਕੰਮ ਨਹੀਂ ਕਰਦਾ। ਦੂਜੀ ਉਦਾਹਰਨ ਦਿੱਤੀ ਹੈ ਅਹਰਨ, ਬਿਨਾਂ ਕਿਸੇ ਕਸੂਰ ਤੋਂ ਉਹਨੂੰ ਮਾਰ ਪੈਂਦੀ ਹੈ, ਪਰ ਕਦੇ ਵੀ ਅਹਰਨ ਨੇ ਇਤਰਾਜ਼ ਨਹੀਂ ਜਤਾਇਆ ਵੀ ਮੈਨੂੰ ਕਿਉਂ ਥੋੜੇ ਮਾਰੇ ਜਾ ਰਹੇ। ਸਤਿਗੁਰੂ ਪਾਤਸ਼ਾਹ ਇਹ ਦੋ ਉਦਾਹਰਨਾਂ ਦੇ ਕੇ ਅੱਗੇ ਬਖਸ਼ਿਸ਼ ਕਰਦੇ ਹਨ। ਮਨ ਤਨ ਆਗੇ ਰੱਖ ਕੇ ਉਭੀ ਸੇਵ ਕਰੇ। ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਗੁਰਮੁਖਾ ਤੂੰ ਆਪਣਾ ਮਨ ਤੇ ਆਪਣਾ ਤਨ ਗੁਰੂ ਦੇ ਅੱਗੇ ਰੱਖ ਦੇ। ਹੁਣ ਬਚਨ ਆਪਾਂ ਇਹ ਸਰਵਣ ਕੀਤਾ ਸੀ ਨਾ ਵੀ ਅਸੀਂ ਆਖਦੇ ਵੀ ਸਾਡਾ ਮਨ ਬੜੇ ਤਾਕਤ ਵਾਲਾ, ਬੜੇ ਜ਼ੋਰ ਵਾਲਾ ਜੀ, ਸਾਡੇ ਵੱਸ ਵਿੱਚ ਨਹੀਂ ਆਉਂਦਾ। ਤੇ ਮਹਾਰਾਜ ਕਹਿਣ ਲੱਗੇ ਹਾਥੀ ਵੀ ਤੇ ਬੜੇ ਜ਼ੋਰ ਵਾਲਾ ਨਾ, ਵੱਸ ਵਿੱਚ ਤੇ ਫਿਰ ਉਹ ਵੀ ਨਹੀਂ ਆਉਂਦਾ। ਪਰ ਹਾਥੀ ਨੂੰ ਵੱਸ ਵਿੱਚ ਕਰਨ ਵਾਲਿਆਂ ਨੇ ਯੁਗਤੀ ਵਰਤੀ, ਤਰੀਕਾ ਵਰਤਿਆ। ਤਰੀਕਾ ਕੀ ਵਰਤਿਆ? ਪਹਿਲਾਂ ਇਸ ਨੂੰ ਟੋਏ ਵਿੱਚ ਸੁੱਟਿਆ, ਭੁੱਖਾ ਤੇ ਪਿਆਸਾ ਰੱਖਿਆ, ਤੇ ਫਿਰ ਬੰਦਾ ਬੁਲਾਇਆ ਗਿਆ ਜਾਣਕਾਰ। ਉਹਨੇ ਕੁੰਡਾ ਲਿਆ ਕੇ ਹਾਥੀ ਦੇ ਸਿਰ ਵਿੱਚ ਮਾਰਿਆ। ਲੋਹੇ ਦਾ ਇੱਕ ਔਜ਼ਾਰ ਮਾਰ ਮਾਰ ਕੇ ਹਾਥੀ ਨੂੰ ਸਿਖਾਇਆ ਕਿ ਜਦੋਂ ਇਹ ਇਸ਼ਾਰਾ ਕਰਾਂਗੇ ਉੱਠਣਾ, ਬੈਠਣਾ, ਬੋਲਣਾ, ਚੱਲਣਾ। ਹਾਥੀ ਦੇ ਮਨ ਵਿੱਚ ਇੰਨਾ ਡਰ ਪੈਦਾ ਹੋ ਗਿਆ, ਹੁਣ ਉਹ ਹੁਕਮ ਤੋਂ ਬਾਹਰੀ ਨਹੀਂ ਹੈ। ਉਹਨੂੰ ਪਤਾ ਵੀ ਜੇ ਹੁਣ ਹੁਕਮ ਨਾ ਮੰਨਿਆ ਦੁਬਾਰਾ ਫਿਰ ਟੋਏ ਵਿੱਚ ਸੱਟਣਗੇ, ਜੇ ਹੁਣ ਹੁਕਮ ਨਾ ਮੰਨਿਆ ਤੇ ਦੁਬਾਰਾ ਫਿਰ ਕੁੰਡਿਆਂ ਦੀ ਮਾਰ ਪਵੇਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਭਾਈ ਪਿਆਰਿਆ, ਇਸੇ ਤਰ੍ਹਾਂ ਮਨ ਨੂੰ ਸਮਝਾ, ਐ ਮਨਾ ਜੇ ਗੁਰੂ ਦਾ ਹੁਕਮ ਨਾ ਮੰਨਿਆ ਤੇ ਵਾਰ-ਵਾਰ ਤੈਨੂੰ ਸੰਸਾਰ ਦੇ ਟੋਏ ਵਿੱਚ ਸੱਟਿਆ ਜਾਏਗਾ, ਵਾਰ-ਵਾਰ ਮਾਤਾ ਦੇ ਗਰਭ ਦੇ ਵਿੱਚ ਸੁੱਟਿਆ ਜਾਏਗਾ, ਵਾਰ-ਵਾਰ ਜਨਮ ਲੈਣ ਵਾਸਤੇ ਤੈਨੂੰ ਮਜਬੂਰ ਕੀਤਾ ਜਾਏਗਾ। ਜਿਵੇਂ ਹਾਥੀ ਨੂੰ ਟੋਏ ਵਿੱਚ ਸੁੱਟ ਕੇ ਡਰਾਇਆ, ਇਹ ਮਨ ਨੂੰ ਡਰ ਦੇ। ਜੇ ਗੁਰੂ ਦੇ ਹੁਕਮ ਦੇ ਵਿੱਚ ਨਾ ਰਿਹਾ ਤੇ ਐ ਮਨਾ ਤੈਨੂੰ ਵਾਰ-ਵਾਰ ਸੰਸਾਰ ਦੇ ਟੋਏ ਵਿੱਚ ਡਿੱਗਣਾ ਪਵੇਗਾ, ਗਰਭ ਰੂਪੀ ਟੋਏ ਵਿੱਚ ਡਿੱਗਣਾ ਪਵੇਗਾ। ਇਹ ਤੈਨੂੰ ਸਜ਼ਾ ਮਿਲੇਗੀ। ਜੇ ਗੁਰੂ ਦੇ ਹੁਕਮ ਨੂੰ ਨਾ ਮੰਨਿਆ ਤੇ ਤੈਨੂੰ ਕੁੰਡੇ ਵਰਗੀ ਭਿਆਨਕ ਮਾਰ ਜਿਵੇਂ ਹਾਥੀ ਨੂੰ ਪਈ ਹੈ, ਤੈਨੂੰ ਦੁਨੀਆ ਵਿੱਚ ਇਹ ਮਾਰਾਂ ਜਮਾਂ ਦੀਆਂ ਵੀ ਪੈਂਦੀਆਂ ਰਹਿਣਗੀਆਂ ਔਰ ਸੰਸਾਰੀ ਲੋਕਾਂ ਦੀਆਂ ਮਾਰਾਂ ਪੈਂਦੀਆਂ ਰਹਿਣਗੀਆਂ। ਇਹ ਉਦਾਹਰਨ ਦੇ ਕੇ ਮਹਾਰਾਜ ਨੇ ਸਾਡੇ ਮਨ ਨੂੰ ਸਿੱਖਿਆ ਦਿੱਤੀ ਹੈ। ਹਾਥੀ ਬਲ ਵਾਲਾ ਜ਼ਰੂਰ ਹੈ, ਪਰ ਡਰ ਹਾਥੀ ਦੇ ਮਨ ਵਿੱਚ ਵੀ ਹੈ। ਦੁਬਾਰਾ ਟੋਏ ਵਿੱਚ ਨਾ ਸੁੱਟਿਆ ਜਾਵਾਂ, ਦੁਬਾਰਾ ਕੁੰਡਿਆਂ ਦੀ ਮਾਰ ਨਾ ਪਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਤੇਰਾ ਮਨ ਵੀ ਬੜਾ ਤਾਕਤ ਵਾਲਾ ਹੈ, ਤੂੰ ਆਖਦਾ ਮੇਰੇ ਕਹਿਣੇ ਵਿੱਚ ਨਹੀਂ ਚੱਲਦਾ। ਇਹ ਮਨ ਨੂੰ ਵੀ ਡਰ ਦੇ ਹੈ ਮਨਾ,
जे तू मर्जी करेंगा तैनू भी संसार दे टोए विच सुटिया जाना, तैनू संसार दे विच भी मारां पैणियां ते शरीर छड्डण तो मगरों जमां दीयां मारां भी तैनू पैणियां पैणगियां। और जिहड़े दुख मिलने ने ये भी तो मारां ही ने ना। कुछ लोग ऐसे बीमारी तो दुखी ने, दुख तो दुखी ने, विपता तो दुखी ने, वो मौत मंगते पे, ये भी तो दुख ही है ना, ये भी तो एक मार ही है ना। ऐसियां मारां पैणगियां, पर उदों पैणगियां जदों मन नूं गुरु दे कहने तो परे लैके जावेगा। सतगुरु पातशाह कहन लगे, क्यों डिठो घड़ियाल यह नदोसा मारिए हम दोसां दा क्या हाल। एक वेले ना भगत जी तुरे जा रहे रस्ते दे विचों, ते एक व्यक्ति जिहड़ा ना चौकीदार चपड़ासी, वो हत्थ विच हथौड़ा लैके ते घड़ियाल दे उपर मारदा पिया। स्कूलों दे विच घंटियां बधियां हुंदियां ना, घंटी दे उपर हथौड़ी मारी जाती है, जां वड्डियां थावां ते वड्डे वड्डे घड़ियाल बधे हुंदे राजियां महाराजियां दे समय। अज भी कई इहो जिहियां जगह उन्हां दे उपर बड़े बड़े हथौड़े मारे जाते, वो टन टन की आवाज़ करदे। भगत जी तुरे जा रहे, चौकीदार खलोता होया वड्डा हथौड़ा लैके मारदा पिया घड़ियाल दे उपर। जदों भगत जी ने वेखिया, कहन लगे, भाई कि क्यों डिठो घड़ियाल, ऐ मेरिया मना ये तू घड़ियाल क्यों वेखिया वाजदा होया, ये हथौड़ियां वाजदियां होईयां क्यों वेखियां। पर जे तू वेख ही लईयां ने, ये कोलों सिक्ख्या लै ला। सिक्ख्या की है, यह नदोसा मारी है, ये घड़ियाल दा कोई दोष नहीं है। ये नहीं भी ये कोई कर्म करके आया, चोरी करके आया, ठगी मार के आया, लुट के आया, जां ये घड़ियाल किसी का मन दुखा के आया। घड़ियाल बेचारा की है, बिना किसी दोष तो घड़ियाल नूं मार पै रही है, हथौड़ियां पैंदियां पियां, बेचारा रोंदा पिया, करलाउंदा पिया, आवाज़ कढ़दा पिया। यह नदोषा मारी है, हम दोषां दा क्या हाल। असीं ते दोष करदे हां, असीं ते पाप करदे हां, असीं ते गुनाह करदे हां, साडा की हाल होवेगा ये असीं जाणदे नहीं। ये महाराज ने समझाया है, सिक्ख्या दिती है। घड़ियाल नूं बिना किसी कारण तो मार पैंदी वेख के भगत ने आख्या, ओ मना आ देख, बिना किसी कारण तो घड़ियाल कुटिया जा रहा ही, तू तो इन्ने पाप ते गुनाह करदा, तेरी की हालत होवेगी ये तू समझ ला, ते अजे भी लग जा रब दे नाम दे विच, तेरा भला हो जाएगा। सतगुरु पातशाह कहन लगे, इस तरह मन अपना जिहड़ा गुरु दे अगे रख दे, गुरु दे हुक्म दे विच, ते सतगुरु पातशाह कहन लगे, तन मन धन सब सौंप गुर को हुक्म मन्ने पाइए। हुक्म मनेगा, गुरु नूं अपने मन नूं गुरु दे अगे भेंट करेगा, प्राप्ति तां होनी है। जे हुक्म नहीं मन्निया तो प्राप्ति कोई नहीं होनी। महाराज जियां दा बचन आपां पढ़दे हैं ना, सलाम जवाब दोवै करे। दुनियादारी वाल वेख के मत्था ते टेकिया, सिर ते झुकाया, भी लोग ना कहन भी इन्हें मत्था नहीं टेकिया, पर गुरु का हुक्म नहीं मन्निया, जवाब दोवै करे। जवाब दिता, मन नहीं मनता, नहीं ये गल ठीक नहीं है, मेरा मन खुश नहीं होवेगा। तो महाराज कहन लगे, मुढ़ो कुथा जाए मुढ़ो ही भुलिया होया। जिहड़ा मुढ़ो ही भुल जावे वो फिर प्राप्ति की करेगा, नहीं कर सकता। सतगुरु पातशाह कहन लगे, मन तेरा बड़ा जोरवार है, तू आखदा आखे नहीं लगता। हाथी वाल वेख, ताकत वाला, पर हाथी नूं भी पढ़ाउण वाले ने पढ़ा लिया है। अज वो कहने दे विच चलदा पिया, जिवें उहनूं आखिया जांदा उस तरह करदा है। इस तरह गुरमुखा, ये मन तेरा ताकत वाला, पर गुरु दे कहने विच इहनूं लिया, गुरु दे हुक्म दे विच लाया। हुक्म रूपी कुंडे दे थल्ले मन नूं रखेगा, ये मन तेरा वसीकार हो जाएगा। मन वस आवे नानका, ये गल नहीं भी मन वस नहीं आउंदा, आउंदा जरूर है। तां महाराज ने लिखिया, मन वस आवे नानका, मन वसीकार हो जाता है, पर हुंदा उदों है जदों गुरु का हुक्म मनेगा, गुरु का कहना मनेगा। ते पातशाह कहंदे, इस तरह फिर ये मन वसीकार हुंदा है। ओ भी सेव करे। बचन महाराज वरतन लगे, मन तन आगे रख के। तन जिहड़ा शरीर है ना, शरीर नूं भी कहिंदे सेवा दे विच ला दे, गुरु दे अगे अर्पण कर दे। वेख तेरे सामने ऐरन ने अपना सिर हथौड़े थल्ले दिता, हथौड़े दे नाल ऐरन नूं कुटिया जा रहा। आपां गड्डी दी पटड़ी देखदे हां ना, रेल गड्डी चलदी है, उहदे थल्ले लैन है, पटड़ी है, बड़े सोहने गाडर ने जिन्हां दे उपर गड्डी भजदी है। इस तरह का लोहे का एक टुकड़ा
ਜਿਹਦੇ ਉੱਪਰ ਰੱਖ ਕੇ ਲੋਹਾਰ ਲੋਹੇ ਨੂੰ ਕੁੱਟਦੇ। ਮਹਾਰਾਜ ਕਹਿਣ ਲੱਗੇ ਆਪਣੇ ਤਨ ਨੂੰ ਉਹ ਐਰਨ ਸਮਝ ਲੈਣਾ ਕਰ, ਤੇ ਐਰਨ ਬਿਨਾਂ ਕਿਸੇ ਗੱਲ ਤੋਂ ਮਾਰ ਖਾਂਦਿਆਂ ਹੋਇਆਂ ਵੀ ਮਾਰ ਖਾਂਦੀ ਪਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਤੂੰ ਸੇਵਾ ਕਰੇਗਾ ਨਾ, ਸਿਮਰਨ ਕਰੇਗਾ, ਨਾਮ ਜਪੇਗਾ, ਲੋਕ ਤੈਨੂੰ ਬੜੇ ਮਿਹਣੇ ਦੇਣਗੇ, ਬੜੇ ਤਾਨੇ ਮਾਰਨਗੇ, ਬੜੀਆਂ ਗੱਲਾਂ ਕਰਨਗੇ। ਪਹਿਲਾਂ ਇਹ ਪਾਪ ਕਰਨ ਲੱਗਿਆ ਪਿੱਛੇ ਨਹੀਂ ਹਟਦਾ, ਹੁਣ ਵੇਖੋ ਕਿੱਡਾ ਭਗਤ ਬਣਿਆ। ਬਚਪਨ ਵਿੱਚ ਇਹ ਕੀਤਾ, ਜਵਾਨੀ ਵਿੱਚ ਇਹ ਕੀਤਾ, ਹੁਣ ਇਹ ਬੁੱਢੇ ਬਾਰੇ ਸੇਵਾਦਾਰ ਬਣ ਗਿਆ। ਲੋਕਾਂ ਨੂੰ ਲੁੱਟਿਆ, ਲੋਕਾਂ ਨਾਲ ਬੇਈਮਾਨੀਆਂ ਕੀਤੀਆਂ, ਹੁਣ ਇਹ ਗੁਰਦੁਆਰੇ ਨੂੰ ਤੁਰ ਪਿਆ। ਇਹ ਲੋਕ ਤੈਨੂੰ ਬੋਲੀਆਂ ਮਾਰਨਗੇ, ਵੀ ਤੇ ਸੱਟਾਂ ਹੀ ਨੇ ਨਾ, ਲੋਕ ਬੜੇ ਤਾਨੇ ਮਾਰਨਗੇ ਆਉਂਦਿਆਂ ਜਾਂਦਿਆਂ ਵੇਖ ਕੇ। ਗੁਰੂ ਵਾਲਾ ਬਣਿਆ ਵੇਖ ਕੇ ਲੋਕ ਤੈਨੂੰ ਬੜਾ ਕੁਝ ਕਹਿਣਗੇ। ਪਰ ਮਹਾਰਾਜ ਕਹਿਣ ਲੱਗੇ ਆਪਣਾ ਇਹ ਤਨ ਜਿਹੜਾ ਨਾ ਉਸ ਐਰਨ ਵਰਗਾ ਬਣਾ ਲਾ। ਦੁਨੀਆ ਜੋ ਕਹਿੰਦੀ ਹੈ ਕਹੀ ਜਾਵੇ, ਪਰਵਾਹ ਨਾ ਕਰ, ਪਰ ਜਿਹੜੇ ਚੰਗੇ ਕਰਮ ਵਾਸਤੇ ਲੱਗਾ ਰਹੋ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਆਪਣਾ ਘਰ ਛੱਡ ਕੇ ਨਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਕੋਲ ਆ ਗਏ। ਰਿਸ਼ਤੇਦਾਰੀ ਵਿੱਚ ਕੁੜਮਾਚਾਰੀ ਹੈ, ਕੁੜਮ ਲੱਗਦੇ ਮਹਾਰਾਜ, ਤੇ ਪਰ ਇੱਥੇ ਆ ਕੇ ਕੁੜਮਾਚਾਰੀ ਨਹੀਂ ਵਰਤੀ। ਮਹਾਰਾਜ ਨੇ ਪਾਣੀ ਦੀ ਗਾਗਰ, ਦਾਸਾਂ ਵਾਲਾ, ਗੋਲਿਆਂ ਵਾਲਾ, ਉਹਨਾਂ ਸਮਿਆਂ ਵਿੱਚ ਗੋਲੇ ਪਾਣੀ ਭਰਦੇ ਸਨ ਦਾਸ, ਨੌਕਰਾਂ ਦੇ ਵੀ ਅੱਗੇ ਨੌਕਰ। ਪਰ ਕੰਮ ਕਿਹੜਾ ਲਿਆ, ਸੇਵਾ ਕਿਹੜੀ ਲਈ, ਗੋਲਿਆਂ ਵਾਲੀ, ਦਾਸਾਂ ਵਾਲੀ ਸੇਵਾ ਲਈ। ਜਦੋਂ ਸੇਵਾ ਤੇ ਲੱਗ ਗਏ ਨਾ, ਦੁਨੀਆ ਨੇ ਬੜੇ ਮਿਹਣੇ ਮਾਰੇ। ਵੇਖੋ ਇਹ ਗੁਰੂ ਘਰ ਦਾ ਕੁੜਮ ਬਣ ਗਿਆ, ਉਮਰਾਂ ਵੀ ਵੱਡੀ ਹੈ, ਸਰੀਰ ਦੀ ਉਮਰਾਂ ਵੀ ਵੱਡੀ ਹੈ, ਤੇ ਪਾਣੀ ਵੀ ਭਰਦਾ। ਦੁਨੀਆ ਨੇ, ਪਿੰਡ ਵਾਲਿਆਂ ਨੇ, ਰਿਸ਼ਤੇਦਾਰਾਂ ਨੇ, ਆਂਢੀਆਂ ਗੁਆਂਢੀਆਂ ਨੇ ਬੜੇ ਮਿਹਣੇ ਮਾਰੇ। ਲਓ ਜੀ ਇਹਨਾਂ ਨੇ ਤੇ ਨਾਕੀ ਵੜਾ ਦਿੱਤਾ। ਇਹ ਵੇਖੋ ਕਿਹੋ ਜਿਹਾ ਕੰਮ, ਕਦੇ ਕੁੜਮਾ ਘਰੇ ਜਾ ਕੇ ਵੀ ਕੋਈ ਨੌਕਰੀ ਕਰਦਾ, ਇਹ ਕਰਦੇ। ਇਹੋ ਜਿਹੀਆਂ ਸੱਟਾਂ ਤੇ ਬੜੀਆਂ ਲੋਕਾਂ ਨੇ ਮਾਰੀਆਂ। ਲੋਕਾਂ ਨੇ ਨਾਮ ਵੀ ਅੱਧਾ ਲੈਣਾ ਸ਼ੁਰੂ ਕਰ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਅੱਧਾ ਨਾਮ ਲਿਆ ਜਾਂਦਾ, ਗੋਲਾ ਜਾਣ ਕੇ, ਦਾਸ ਜਾਣ ਕੇ। ਪਰ ਮਹਾਰਾਜ ਨੇ ਪਰਵਾਹ ਨਹੀਂ ਕੀਤੀ ਕਿਸੇ ਦੀ, ਜੋ ਮਰਜ਼ੀ ਕੋਈ ਕਹੀ ਜਾਵੇ। ਇਹਦੀ ਇੱਕ ਉਦਾਹਰਣ ਸਾਡੇ ਸਾਹਮਣੇ ਇਹ ਹੈ ਕਿ ਜਦੋਂ ਮਹਾਰਾਜ ਇੱਕ ਦਿਨ ਪਾਣੀ ਦਾ ਗਾਗਰ ਚੁੱਕ ਕੇ ਲਈ ਆਉਂਦੇ ਨਾ, ਤੇ ਇੱਕ ਜੁਲਾਏ ਦੇ ਘਰ ਕਿੱਲਾ ਉਹਨੇ ਗੱਡਿਆ ਹੋਇਆ ਸੀ ਤਾਣੀ ਬੁਣਨ ਵਾਸਤੇ, ਤੇ ਕਿੱਲੇ ਦੇ ਨਾਲ ਪੈਰ ਰਾਤ ਹਨੇਰੇ ਵਿੱਚ ਵੱਜ ਗਿਆ। ਮਹਾਰਾਜ ਡਿੱਗ ਪਏ। ਜਦੋਂ ਡਿੱਗੇ ਨਾ ਤੇ ਧੜਮ ਦੀ ਆਵਾਜ਼ ਆਈ, ਤੇ ਉਸ ਵੇਲੇ ਜੁਲਾਏ ਦੇ ਕੰਨਾਂ ਵਿੱਚ ਆਵਾਜ਼ ਪਈ। ਕਹਿਣ ਲੱਗਾ ਇਹ ਕੌਣ, ਆਵਾਜ਼ ਕਿੱਧਰੋਂ ਆਈ ਹੈ, ਖੜਕਾ ਕਿੱਧਰੋਂ ਆਇਆ? ਤੇ ਜਦੋਂ ਜੁਲਾਏ ਨੇ ਇਹ ਗੱਲ ਪੁੱਛੀ, ਤੇ ਉਹਦੀ ਘਰਵਾਲੀ ਜਿਹੜੀ ਜੁਲਾਈ ਹੈ ਨਾ, ਉਹਦੀ ਇਸਤਰੀ, ਉਹਨੇ ਮਹਾਰਾਜ ਦਾ ਅੱਧਾ ਨਾਮ ਲਿਆ। ਅੱਧਾ ਨਾਮ ਲੈ ਕੇ ਆਖਿਆ ਇਹ ਉਹੀ ਹੈ ਜਿਹੜਾ ਆਪਣਾ ਘਰ ਛੱਡ ਕੇ ਆਪਣੇ ਕੁੜਮਾਂ ਦੇ ਘਰੇ ਰੋਟੀਆਂ ਵਾਸਤੇ ਬੈਠਾ ਹੋਇਆ। ਇਹ ਜੁਲਾਈ ਨੇ, ਇੱਕ ਨੇੜੇ ਰਹਿਣ ਵਾਲੀ ਗੁਆਂਢਣ ਨੇ ਇਹ ਗੱਲ ਕਹੀ। ਉਹਨੇ ਤਾਂ ਹੀ ਕਹੀ ਨਾ, ਉਹਨੇ ਲੋਕਾਂ ਕੋਲੋਂ ਸੁਣਿਆ ਨਾ ਮਹਾਰਾਜ ਦਾ ਅੱਧਾ ਨਾਮ, ਕਿ ਦੁਨੀਆ ਅੱਧਾ ਨਾਮ ਲੈ ਕੇ ਬੁਲਾਉਂਦੀ ਹੈ। ਕਿਉਂ? ਇਹਨੇ ਦੁਨੀਆ ਦੀ ਇੱਜ਼ਤ ਮਾਨ ਨੂੰ ਨਹੀਂ ਰੱਖਿਆ, ਇਹਨੇ ਕੁੜਮਾਚਾਰੀ ਦੇ ਰਿਸ਼ਤੇ ਨੂੰ ਨਹੀਂ ਰੱਖਿਆ। ਵੱਡੀ ਥਾਂ ਤੇ ਹੁੰਦਿਆਂ, ਵੱਡੇ ਰਿਸ਼ਤੇ ਤੇ ਹੁੰਦਿਆਂ ਗੋਲਾ ਬਣ ਗਿਆ, ਦਾਸ ਬਣ ਗਿਆ। ਦੁਨੀਆ ਅੱਧਾ ਨਾਮ ਲੈਂਦੀ ਹੈ। ਦੁਨੀਆ ਵੱਲ ਵੇਖ ਕੇ ਉਹ ਜੁਲਾਏ ਦੀ ਘਰਵਾਲੀ ਨੇ ਵੀ ਅੱਧਾ ਹੀ ਨਾਮ ਲਿਆ ਮਹਾਰਾਜ ਸਾਹਿਬ ਜੀਆਂ ਦਾ। ਨਾਲ ਬੜੇ ਬੋਲ ਕਬੋਲ ਬੋਲੇ ਜਿਹੜੇ ਆਪਾਂ ਬੋਲ ਨਹੀਂ ਸਕਦੇ, ਦੱਸ ਨਹੀਂ ਸਕਦੇ, ਕਹਿ ਨਹੀਂ ਸਕਦੇ, ਔਰ ਸੁਣ ਵੀ ਨਹੀਂ ਸਕਦੇ ਆਪਣੇ ਗੁਰੂ ਦੀ ਸਿਫਤ ਦੇ ਖਿਲਾਫ ਇਹੋ ਜਿਹੇ ਬਚਨ। ਜਦੋਂ ਬੜੇ ਖੋਟੇ ਬਚਨ ਇਸ ਬੀਬੀ ਨੇ ਕੀਤੇ, ਉਹ ਬਚਨ ਮਹਾਰਾਜ ਦੇ ਕੰਨਾਂ ਵਿੱਚ ਪੈ ਗਏ। ਤੇ ਸਤਿਗੁਰਾਂ ਨੇ ਸੁਭਾਵਿਕ ਹੀ ਆਖ ਦਿੱਤਾ, ਕਹਿਣ ਲੱਗੇ ਕਮਲੀਏ ਅਸੀਂ ਤੇ ਨਿਥਾਵਿਆਂ ਦੇ ਥਾਮ ਜਿਹੜੇ ਮਾਲਕ ਨੇ ਨਾ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ, ਉਹਦੇ ਘਰ ਦੇ ਸੇਵਕ ਹਾਂ। ਬਚਨ ਨਿਕਲਿਆ ਮੁਖੋਂ, ਤੇ ਕਹਿਣ ਲੱਗੇ ਉਹਦੀ ਘਰਵਾਲੀ ਜਿਹੜੀ ਸੀ ਨਾ ਜੁਲਾਏ ਦੀ ਬੀਬੀ, ਉਹ ਕਮਲੀ ਹੋ ਗਈ ਬਚਨ ਮੂੰਹੋਂ ਨਿਕਲਦਿਆਂ ਨਾਲ। ਤੇ ਸਤਿਗੁਰੂ ਪਾਣੀ ਦਾ ਗਾਗਰਾ ਲੈ ਕੇ ਮਹਾਰਾਜ ਦੇ ਕੋਲ ਪਹੁੰਚ ਗਿਆ, ਇਸ਼ਨਾਨ ਕਰਵਾਇਆ। ਜਾਣੀ ਜਾਣ ਗੁਰੂ ਅੰਗਦ ਦੇਵ ਪਾਤਸ਼ਾਹ ਜਾਣਦੇ ਇਹਨਾਂ ਦੀ ਸੇਵਾ ਸਫਲੀ ਹੋ ਗਈ ਹੈ, ਇਹਨਾਂ ਦੇ ਹੁਣ ਬਚਨ ਪੂਰੇ ਹੁੰਦੇ। ਉਸ ਵੇਲੇ ਕਹਿਣ ਲੱਗੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ, ਕਹਿਣ ਲੱਗੇ ਭਾਈ ਪੁਰਖਾ ਹੁਣ ਆਪਣੇ ਮੁਖ ਤੋਂ ਬਚਨ ਬੜੇ ਸੰਕੋਚ ਦੇ ਨਾਲ ਕਹਿਣੇ ਨੇ, ਬਚਨਾਂ ਦੇ ਉੱਪਰ ਪੂਰਾ ਕੰਟਰੋਲ ਰੱਖਣਾ ਹੈ, ਕਦੇ ਕੋਈ ਬਚਨ ਕਿਸੇ ਨੂੰ ਕਹਿਣਾ ਨਹੀਂ। ਤੁਹਾਡੀ ਜ਼ੁਬਾਨ ਵਿੱਚੋਂ ਜਿਹੜਾ ਬਚਨ ਨਿਕਲੇਗਾ ਹੁਣ ਉਹਨੂੰ ਕੋਈ ਮੋੜ ਨਹੀਂ ਸਕੇਗਾ। ਤੁਹਾਡੇ ਕਹੇ ਹੋਏ ਬਚਨ ਉਸੇ ਵੇਲੇ ਪੂਰੇ ਹੋਇਆ ਕਰਨਗੇ, ਔਰ ਹੁੰਦੇ ਵੀ ਪਏ ਨੇ। ਗਾਂ ਤੋਂ ਇਸ ਗੱਲ ਦਾ ਧਿਆਨ ਰੱਖਣਾ ਹੈ, ਬਚਨ ਕਹਿਣ ਤੋਂ ਪਹਿਲਾਂ ਕਈ ਵਾਰੀ ਸੋਚਣਾ ਹੈ, ਪਰ ਤੁਹਾਡੇ ਮੁਖੋਂ ਨਿਕਲਿਆ ਬਚਨ ਇਹ ਜ਼ਰੂਰ ਪੂਰਾ ਹੋਵੇਗਾ।
ਔਰ ਉਸ ਬੀਬੀ ਨੇ ਤੇ ਮਹਾਰਾਜ ਨੂੰ ਬੜੇ ਗਲਤ ਸ਼ਬਦਾਂ ਨਾਲ ਸੰਬੋਧਨ ਕੀਤਾ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਖੁਦ ਨਿਥਾਵਿਆਂ ਦੇ ਥਾਮ ਹੋ। ਮਹਾਰਾਜ ਜੀ, ਜਿਨ੍ਹਾਂ ਨੂੰ ਕੋਈ ਜਗ੍ਹਾ ਨਹੀਂ ਨਾ ਹੋਵੇਗੀ ਉਹਨਾਂ ਨੂੰ ਤੁਸੀਂ ਥਾਂ ਦੇਣ ਵਾਲੇ ਹੋਵੋਗੇ। ਉਹ ਬੀਬੀ ਤੇ ਆਖਦੀ ਸੀ ਵੀ ਇਹਨਾਂ ਨੂੰ ਘਰੇ ਜਗ੍ਹਾ ਨਹੀਂ ਮਿਲੀ, ਘਰਦਿਆਂ ਨੇ ਕੱਢ ਦਿੱਤਾ, ਇਹ ਘਰੋਂ ਬੇਘਰ ਹੋ ਕੇ ਇੱਥੇ ਆਏ ਨੇ, ਕੇਵਲ ਪ੍ਰਸ਼ਾਦੇ ਵਾਸਤੇ ਗੋਲੇ ਬਣੇ ਹੋਏ। ਪਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਆਖਿਆ, ਕਹਿਣ ਲੱਗੇ, ਨਹੀਂ, ਤੁਸੀਂ ਤੇ ਖੁਦ ਮਾਲਕ ਹੋ। ਜਿਨ੍ਹਾਂ ਨੂੰ ਘਰ ਨਹੀਂ ਮਿਲਿਆ ਕਰੇਗਾ ਉਹ ਤੁਹਾਡੀ ਸ਼ਰਨ ਵਿੱਚ ਆਇਆ ਕਰਨਗੇ, ਤੁਸੀਂ ਉਹਨਾਂ ਨੂੰ ਘਰ ਦਿਆ ਕਰੋ। ਨਿਥਾਵਿਆਂ ਦੇ ਥਾਂ, ਜਿਨ੍ਹਾਂ ਨੂੰ ਕੋਈ ਥਾਂ ਨਹੀਂ ਉਹਨਾਂ ਨੂੰ ਥਾਂ ਤੁਹਾਡੇ ਕੋਲੋਂ ਮਿਲੇਗੀ। ਇਹ ਬਚਨ ਮਿਲੇ, ਪਰ ਮਿਲੇ ਕਿਵੇਂ? ਗੁਰਮੁਖੋ ਆਪਣਾ ਮਨ ਲਾ ਛੱਡਿਆ ਤੇ ਤਨ ਵੀ ਲਾ ਛੱਡਿਆ। ਦੁਨੀਆ ਨੇ ਬੜਾ ਕੁਝ ਕਿਹਾ, ਮਿਹਣੇ ਬੜੇ ਮਾਰੇ, ਅੱਧਾ ਨਾਂ ਲਿਆ, ਕਈ ਤਰ੍ਹਾਂ ਦੇ ਹਾਸੇ ਮਖੌਲ ਕੀਤੇ, ਪਰ ਮਹਾਰਾਜ ਨੇ ਕਿਸੇ ਦੀ ਗੱਲ ਨੂੰ ਕੰਨੀ ਨਹੀਂ ਧਰਿਆ। ਲੱਗੇ ਰਹਿ ਚੁੱਪ ਕਰਕੇ ਸੇਵਾ ਵਿੱਚ ਤੇ ਪ੍ਰਾਪਤੀ ਨੂੰ ਹੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹਸਤੀ ਸਿਰ ਜਿਉ ਅੰਕਸ ਹੈ, ਆਹਰਨ ਜਿਉ ਸਿਰ ਦੇ। ਹਾਥੀ ਕੁੰਡੇ ਥੱਲੇ, ਐਰ ਨਾ ਹਥੌੜੇ ਥੱਲੇ ਸਿਰ ਦਿੰਦੀ ਹੈ। ਬਿਨਾਂ ਕਿਸੇ ਕਾਰਨ ਤੋਂ ਚੋਟਾਂ ਪੈਂਦੀਆਂ ਪਰ ਸਹਿੰਦੀ ਹੈ। ਮਹਾਰਾਜ ਕਹਿਣ ਲੱਗੇ, ਗੁਰੂ ਦੀ ਸੇਵਾ ਕਰਨ ਵਾਲਿਆ, ਜਦੋਂ ਆਪਣਾ ਤਨ ਗੁਰੂ ਦੀ ਸੇਵਾ ਵਿੱਚ ਲਾਉਂਦਾ ਹੈ, ਦੁਨੀਆ ਨੇ ਤੈਨੂੰ ਬੜਾ ਕੁਝ ਕਹਿਣਾ ਵੀ ਇਹਨੇ ਪਹਿਲਾਂ ਆਹ ਕੀਤਾ ਸੀ, ਆਹ ਕੀਤਾ ਸੀ, ਇਹ ਇਹੋ ਜਿਹਾ ਮਾੜਾ ਹੈ, ਇਹੋ ਜਿਹਾ ਔਗਣਾ ਵਾਲਾ ਹੈ। ਦੁਨੀਆ ਤਾਨੇ ਤੇ ਬੜੇ ਦੇਵੇਗੀ, ਪਰ ਆਪਣੇ ਸਰੀਰ ਨੂੰ ਐਰਨ ਜਾਣ ਕੇ, ਦੁਨੀਆ ਦੇ ਤਾਨਿਆਂ ਨੂੰ ਹਥੌੜਾ ਜਾਣ ਕੇ ਆਪਣੇ ਸਰੀਰ ਤੇ ਝੱਲਦਾ ਰਹਿ। ਐਸੀ ਸੇਵਾ ਕਰੇਗਾ ਕਿ ਪਾਤਸ਼ਾਹ ਕਹਿਣ ਲੱਗੇ, ਫਿਰ ਬਖਸ਼ਿਸ਼ ਕਰਦੇ ਹਨ। ਇਹ ਗੁਰਮੁਖ ਆਪ ਨਿਵਾਰੀਐ। ਤਨ ਆਗੇ ਰੱਖ ਕੇ, ਜਦੋਂ ਆਪਣਾ ਮਨ ਗੁਰੂ ਅੱਗੇ ਰੱਖ ਦਿੱਤਾ, ਤਨ ਵੀ ਗੁਰੂ ਨੂੰ ਦੇ ਦਿੱਤਾ, ਤਨ ਕਰਕੇ ਹੁਕਮ ਮੰਨਿਆ, ਮਨ ਕਰਕੇ ਹੁਕਮ ਮੰਨਿਆ, ਉਹ ਵੀ ਸੇਵ ਕਰੇ। ਉਬੀ ਤੋਂ ਭਾਵ ਖੜੇ ਹੋ ਕੇ ਸਮਾਹਤ ਸੇਵਾ ਕਰਨੀ, ਭਾਵ ਕਿ ਮਨ ਦੇ ਕੇ ਸੇਵਾ ਕਰਨੀ। ਜੇ ਸੇਵਾ ਕਰਦਾ ਪਿਆ, ਤੇਰੇ ਮਨ ਵਿੱਚ ਉਤਸ਼ਾਹ ਹੋਵੇ, ਖੁਸ਼ੀ ਹੋਵੇ, ਚਾਹ ਹੋਵੇ ਵੀ ਮੈਂ ਸੇਵਾ ਕਰਨੀ ਹੈ, ਤੇਰੇ ਤਨ ਨੂੰ ਵੀ ਚਾਹ ਹੋਵੇ ਵੀ ਮੈਂ ਸੇਵਾ ਕਰਨੀ ਹੈ। ਜਿਵੇਂ ਆਪਣੇ ਘਰ ਦੇ ਵਿੱਚ ਨਵਾਂ ਕੱਪੜਾ ਬੜੇ ਚਾਅ ਦੇ ਨਾਲ ਖੁਸ਼ ਹੋ ਕੇ ਗਲ 'ਤੇ ਪਾਉਂਦਾ, ਨਵਾਂ ਜੁੱਤਾ ਆਪਣੇ ਗਲ ਵਿੱਚ ਪਾਉਂਦਾ, ਆਪਣੇ ਪੈਰਾਂ ਵਿੱਚ ਪਾਉਂਦਾ, ਨਵਾਂ ਗਹਿਣਾ ਆਪਣੇ ਸਰੀਰ 'ਤੇ ਜਿਵੇਂ ਖੁਸ਼ ਹੋ ਕੇ ਚਾਅ ਦੇ ਨਾਲ ਪਾ ਕੇ ਬੜੀ ਖੁਸ਼ੀ ਤੈਨੂੰ ਮਿਲਦੀ ਹੈ ਨਾ। ਗੁਰੂ ਦੀ ਸੇਵਾ ਕਰਨ ਲੱਗਿਆਂ ਤੇਰੇ ਤਨ ਦੇ ਉੱਪਰ ਇਸ ਤਰ੍ਹਾਂ ਦਾ ਚਾਅ ਹੋਣਾ ਚਾਹੀਦਾ, ਇਸ ਤਰ੍ਹਾਂ ਦੀ ਖੁਸ਼ੀ ਹੋਣੀ ਚਾਹੀਦੀ ਹੈ। ਇਹਨੂੰ ਕਹਿੰਦੇ ਨੇ ਉਭੀ ਸੇਵਾ ਕਰਨੀ। ਸੇਵਾ ਕਰਨ ਲੱਗਿਆਂ ਮਨ ਵੀ ਪ੍ਰਸੰਨ ਹੈ, ਤਨ ਵੀ ਪ੍ਰਸੰਨ ਹੈ। ਆਪਣਾ ਆਪ ਅਰਪਣ ਕਰਕੇ, ਗੁਰੂ ਨੂੰ ਭੇਟ ਕਰਕੇ ਐਸੀ ਸੇਵਾ ਕਰੇਗਾ ਤੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਇਹ ਗੁਰਮੁਖ ਆਪ ਨਿਵਾਰੀਐ। ਭਾਈ ਗੁਰੂ ਦੀ ਸੇਵਾ ਕਰਕੇ, ਗੁਰਮੁਖ ਜਿਹੜੇ ਗੁਰੂ ਨੇ ਨਾ, ਉਹਨਾਂ ਦੀ ਸੇਵਾ ਕਰਕੇ ਆਪ ਨਿਵਾਰੀਏ ਤਾਂ ਹੰਕਾਰ ਦੂਰ ਹੁੰਦਾ। ਆਪਾਂ ਆਖਦੇ ਨਾ ਵੀ ਸਾਡੇ ਮਨ ਵਿੱਚੋਂ ਹੰਕਾਰ ਨਹੀਂ ਜਾਂਦਾ, ਤੇ ਕਈ ਵਾਰੀ ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਹੰਕਾਰ ਕੀ ਹੈ, ਫਿਰ ਵੀ ਸਾਡੇ ਮੂੰਹੋਂ ਇਹੋ ਜਿਹੇ ਬਚਨ ਨਿਕਲ ਜਾਂਦੇ, ਜਾਣੇ ਅਣਜਾਣੇ ਕਹਿ ਛੱਡੀ ਦੇ। ਪਰ ਮਹਾਰਾਜ ਕਹਿਣ ਲੱਗੇ, ਇਉਂ ਗੁਰਮੁਖ ਆਪ ਨਿਵਾਰੀ ਹੈ। ਮੁਖੀ ਗੁਰਾਂ ਦੀ ਇਸ ਤਰ੍ਹਾਂ ਸੇਵਾ ਕਰ ਜਿਵੇਂ ਤੈਨੂੰ ਸਮਝਾਈ ਹੈ। ਤੇ ਪਾਤਸ਼ਾਹ ਕਹਿੰਦੇ ਆਪ ਨਿਵਾਰੀ ਹੈ, ਫਿਰ ਆਪਾ ਭਾਵ। ਇਹ ਜਿਹੜਾ ਅੰਦਰ ਤੇਰੇ ਮੈਂ ਆਪ ਬਣਿਆ ਹੋਇਆ, ਹਾਂ ਬਣੀ ਹੋਈ, ਇਹ ਸਾਰਾ ਹੰਕਾਰ ਤੇਰਾ ਦੂਰ ਤਾਂ ਹੋਵੇਗਾ ਜੇ ਇਸ ਤਰੀਕੇ ਨਾਲ ਸੇਵਾ ਕਰਦਾ ਹੈ। ਸਭ ਰਾਜ ਸ੍ਰਿਸ਼ਟ ਕਾਲੇ। ਸ੍ਰਿਸ਼ਟੀ ਦਾ ਰਾਜ ਮਿਲ ਜਾਂਦਾ। ਸ੍ਰਿਸ਼ਟੀ ਤੇ ਗੁਰਮੁਖੋ ਕੁਝ ਵੀ ਨਹੀਂ, ਬ੍ਰਹਿਮੰਡ ਦਾ ਉਹ ਮਾਲਕ ਬਣ ਜਾਂਦਾ। ਆਪਣੇ ਸਾਹਮਣੇ ਹੁਣੇ ਹੀ ਆਪਾਂ ਉਦਾਹਰਨ ਲਈ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ, ਜਿਨ੍ਹਾਂ ਨੇ ਸੇਵਾ ਕੀਤੀ ਹੈ, ਬ੍ਰਹਿਮੰਡ ਦੇ ਖੁਦ ਮਾਲਕ ਬਣ ਗਏ, ਗੁਰੂ ਬਣ ਗਏ। ਐਸੀ ਦਾਤ ਨੂੰ ਪ੍ਰਾਪਤ ਹੋਏ। ਮਹਾਰਾਜ ਕਹਿਣ ਲੱਗੇ ਐਸੀ ਸੇਵਾ ਕਰੇਗਾ ਸ੍ਰਿਸ਼ਟੀ ਦਾ ਰਾਜ ਮਿਲ ਜਾਏਗਾ। ਇਹ ਦੁਨੀਆ ਦੇ ਪਦਾਰਥ ਕੀ ਨੇ? ਅਸੀਂ ਤੇ ਨਿੱਕੀ ਮੋਟੀ ਤਮੰਨਾ ਰੱਖਦੇ ਹਾਂ ਨਾ, ਮੈਨੂੰ ਨੌਕਰੀ ਮਿਲ ਜਾਵੇ, ਕੁਝ ਵੀ ਨਹੀਂ ਹੈ, ਕਿਉਂਕਿ ਅਸੀਂ ਛੋਟੇ ਹਾਂ ਨਾ, ਸਾਡੀ ਸੋਚ ਵੀ ਛੋਟੀ ਹੈ, ਸਾਡੀ ਮੰਗ ਵੀ ਛੋਟੀ ਹੈ। ਨਿੱਕੀ ਜੀ ਦਾਤ ਕੀ ਨੌਕਰੀ ਮਿਲ ਜਾਵੇ, ਨਿੱਕੀ ਜੀ ਦਾਤ ਮੰਗਦੇ ਆ ਪੁੱਤਰ ਮਿਲ ਜਾਵੇ, ਨਿੱਕੀ ਜੀ ਦਾਤ ਹੈ ਪਦਾਰਥ ਮੰਗਦੇ ਆ। ਮਹਾਰਾਜ ਕਹਿੰਦੇ ਤੇ ਨਿੱਕੀਆਂ ਨਿੱਕੀਆਂ ਦਾਤਾਂ ਨੇ, ਸੇਵਾ ਤੇ ਏਡੀ ਵੱਡੀ ਹੈ। ਜੇ ਐਸੀ ਭਾਵਨਾ ਨਾਲ ਸੇਵਾ ਕਰੇਗਾ, ਪਰਮਾਤਮਾ ਤੈਨੂੰ ਸ੍ਰਿਸ਼ਟੀ ਦਾ ਬਾਦਸ਼ਾਹ ਬਣਾ ਦੇਵੇਗਾ, ਰਾਜਾ ਬਣਾ ਦੇਵੇਗਾ। ਪਰ ਜਿਹੜੀਆਂ ਪਦਾਰਥ ਤੂੰ ਮੰਗਦਾ ਪਿਆ, ਇਹ ਤੇ ਨਿੱਕੇ ਨੇ, ਮਾਮੂਲੀ ਨੇ, ਤੋਛੀ ਨੇ,
ये देन लग्या उन्होंने बहुती देर कोई नहीं लगनी, बस तेरी सेवा की भावना ऐसी होनी चाहिए है। ऐसी भावना नाल गुरु दरबार में झाड़ू फेरेगा, गुरु घर दे विच पोचा लावेगा, चादरां झाड़दा, चादरां धोंदा, लंगर में जाके बर्तनां की सेवा करदा, गुरु के संगत नूं प्रशादा बना के छकाउंदा। इस सेवा विचों सब कुछ मिलेगा। गुर सेवा किंग ना लभ्या ते किहड़ी वस्तु है जिहड़ी गुरु सेवा विचों नहीं हो लभी? लभदी जरूर है, पर गुरमुखा सतगुरां ने सानू आने बहाने सेवा नाल जोड़िया है, पर असी बहाना बना के सेवा तो भज चले, दूर हो चले। सतगुरां दा वचन है ना सानू भी अपने घर दे विच सिखां दे चरण पवा, अपने घर विच खंड पाठ, सहज पाठ, गुरबाणी, गुरु पातशाह दे चरण पैन, संगत नूं प्रशादा आप बना के छका ते आप बर्तन साफ कर। ये सेवा महाराज ने सानू बहाने नाल दित्ती है, पर गुरमुखो अज आपां करदे ते नहीं ना। पाठ करवा लिया दुनिया नूं विखाउण वास्ते, पर सेवा वो लै गए मुल दे लिआंदे होए बंदे, ना असीं छकाया ना असीं कोई बर्तन साफ किया। सेवा की वड्डी दात गुरु ने सानू बख्शी है, पर असीं वो पैसे दे मान विच पै के मेरे कोल बहुता पैसा है, पैसे नाल मुल दा बंदा खरीदिया, सेवा करके काम करके परे चले गया, सानू की मिले? गुरबाणी का पाठ तो असीं सुनिया नहीं अपने घर में, एक दिन एक अखर भी नहीं सुनिया, किते अरदास दे विच भुल भुलेखे शामिल हो गए, ये वखरी गल है। पर बचन तो कोई नहीं ना सुनिया, सेवा भी नहीं की, दोवें काम ही चले गए, तो फिर लाभ नहीं ना होया। सतगुरु पातशाह कहते सेवा हथीं कर। जरूरी नहीं कि अखंड पाठ या गुरबाणी के किसी भी पाठ के भोग ते तू सारा महल्ला इकट्ठा करेगा, रिश्तेदार इकट्ठे करेगा तां गल बननी है, नहीं। तू अपने परिवार के मैंबरां दे नाल भी करवा सकदा। ना बहुती जनता नूं सद, ना बहुते लोकां नूं सद, अपने परिवार के मैंबर बैठ के पाठ करवाओ, बैठ के कोल सुनो, हथीं सेवा करो, अपने आप नूं सफला करो। पर असी दुनिया में वाह वाह भी तो खटनी है ना। दुनिया आखे भी इन्ने तरह के पदार्थ बनाए, इहो जी कैटरिंग की, इहो जे बंदे लियादे इस शहर विचों, ये हौमे का प्रतीक है भी चंडीगढ़ शहर या होर कोई शहर उतों की सब तो महंगी जिहड़ी है वो कैटरिंग मैं करके लियाया। हौमे ही है ना भी दुनिया आखे भी ये कोल बड़ा पैसा, पर पैसे नाल हौमे आवेगी, हंकार आवेगा, सेवा नहीं कर सकिया। असी उल्टे पासे चल पे हाँ। गुरु ने सानू ये सादा जीवन बख्शिया सी, पंगत संगत का भोजन, हथीं सेवा, पर असी पंगत संगत के भोजन नूं कुर्सियां मेजां ते लै गए और हथीं सेवा छड्ड के किराए वाले बंदियां दे चक्करां विच पै गए, खाली हो गए। अज साडा मन भी दुखी है, अज साडा तन भी दुखी है, शरीर करके भी बीमार हाँ, मन करके भी बीमार हाँ, दोनों पासियां तो मार पई तां कि गुरु का हुक्म, गुरु का कहना, गुरु का बचन छड्डिया होया। सतगुरु पातशाह कहन लगे सेवा करेगा निके मोटे पदार्थ की, दुनिया का राज, सृष्टि का राज प्राप्त होंदा है, फिर बख्शिश करते हैं ना। जो गुरमुख आप निवारिया सब राज श्रेष्ठ काले। देखो राज नाम प्रकाश का भी है, जे इस तरह सेवा करेगा तेरे अंदर प्रकाश हो जाएगा, ज्ञान हो जाएगा, सोझी गुरु का शब्द, गुर का शब्द उजारो दीपा, गुरु के शब्द का दीवा तेरे अंदर बल पवेगा, ऐसा प्रकाश होंदा है। नानक गुरमुख बुझिया जा आपे नजर करे। उपर सतगुरु नजर कर देना। नजर नाम गुरमुखो कृपा दा है, जिहदे उपर गुरु पातशाह कृपा कर देना, वो गुरमुख जिहड़े ने गुरु द्वारा उस परमात्मा की सोझी जान लेंदे, ज्ञान नूं पा लेंदे हन। महला तीजा जिन गुरमुख नाम ते आया आए ते प्रवान। गुरमुखा ने नाम जपिया ना दुनिया ते आए ने और आए हुए प्रवान ने। असी दुनिया ते आए जरूर हाँ, पर प्रवान नहीं होए आए। असी तो हुण आए हाँ, फिर आवांगे, फिर आवांगे। जिहड़ा प्रवान हो जाता है ना वो दोबारा नहीं आता। जिन्ना चਿਰ असी प्रवान नहीं उन्ना चਿਰ आवांगे। कोई भी तुसी फाइल तैयार कर दो ना, कागज़ पत्र तैयार कर दो, जिन्ना चिर वो सही नहीं मन्निया जाता और जमा नहीं हो जाता, दोबारा कोर्ट कचहरी के चक्कर लाने ही पैणगे। पर जदों आख दिता ना उन्होंने भी ठीक है ये प्रवान है जी, हुण तुहानूं आउण दी लोड़ नहीं, चक्कर मुक जाणगे। इस तरह ही साडा जीवन है, जिन्ना चिर असी प्रवान नहीं हुंदे उन्ना चिर इस दुनिया विच वार-वार जन्म लैके आउणा पवेगा। जदों प्रवान हो गए उदों जन्म लैके नहीं आउणा पवेगा।
सतगुरु पातशाह कहन लगे डॉक्टर दे कोल मरीज गया, बीमारी दसी है, दवाई लिखी है, पर जे दवाई लिया के खाधी ना ना बीमारी जानी नहीं। डॉक्टर दे चक्कर रोज़ लगणगे, पर जे दवाई लैके परहेज दे नाल छक ली बीमारी खत्म हो जाएगी। डॉक्टर ने आखना हुण आउण दी लोड़ नहीं, बह जा चुप करके कर। इसे तरह ही महाराज ये दुनिया भी इसे तरह की है। आए तो असी सारे जरूर हाँ संसार विच, पर उन्ना चिर आउंदे ही रवांगे जिन्ना चिर नाम की दवाई नहीं ना छकदे, उन्ना चिर ये बीमारी जम्मण मरण की मुकनी कोई नहीं है। पर जदों असी गुरु का हुक्म मन के इस नाम की दवाई नूं छकिया, सर्ब रोग को औखद नाम, फिर हो जावांगे प्रवान, फिर दोबारा संसार विच आउण दी लोड़ नहीं पैनी। ऐसी बख्शिश हुंदी है। नानक कुल उधारा अपना दरगाह पावा मान। देखो नाम जपण विच बड़ियां बरकतां ने। असी ते केवल ये सोचते हैं ना भी मैं आ पाठ कीता करवाया मैनू आ मिले। महाराज कहन लगे तेरा ते सोच छोटी है ना, थोड़ा सोचे है। नाम जपण वालियां दी ते कुल्लां उधर जांदियां, खानदान परिवार कई उधर गए, कई सफले हो गए। कुल उधारे अपना नाम एक ने जपिया तो कुल सारी तर गई। कुल विच किन्ने जी होणगे? 4 5 7 8 10। एक जपदा पिया तो भला सारी कुल दा होया। कुल उधारे अपना, फिर एक कुल दा नहीं। महाराज कहंदे 21 कुल्लां भगतां दियां, भगत जना के 21 कुल उधारे, ऐसियां कुल्लां तर दिंदियां। दरगाह दे विच भी गुरमुखों मान मिलदा, इज्जत मिलदी, वडियाई मिलदी है। पौड़े गुरमुख सखियां सिख गुरु मिलाइया। जो गुरमुख सिखां रूपी सखियां ने, जो गुरमुख गुरु के सिख ने, कहन लगे उन्होंने गुरु कृपा करके परमात्मा नाल मेल दिंदा है। एक सेवक गुर पास एक गुर कारे लाइया। सेवा भी दो तरह की है। एक सेवक गुर पास, एक वो ने जिहड़े गुरु दे कोल सेवा करदे, गुरु पातशाह नूं प्रशादा छकाउणा, भोग लवाउणा, गुरु साहब दे बस्तर धोने, गुरु साहब नूं चौर दी सेवा करनी। एक ये सेवा। एक गुर कार्य लाइया, एक सेवा लंगर में जाके बर्तन मांजने, झाड़ू फेरना, पोचा लाउणा, संगत की सेवा करनी। ये दोनों ही सेवावां बड़ियां महान ने। गुरु ने अपनी सेवा विच भी आप लाया, संगत की सेवा विच भी आप लाया है। जिन्ना गुर प्यारा मन चित तिना भाओ गुरु दिवाइया। जिन्हां नूं गुरु मन विच लगा प्यारा, ते उन्हां दे मन दे विच सतगुरां ने कृपा करके परमेश्वर दा भाव कहिए प्रेम पैदा कर दिता है। गुर सिखा एको प्यार गुर मिता पुता भाइया। गुरु दा प्यार इको जिहा ही है। किहदे नाल? सिखां दे नाल और अपने पुतां दे नाल। गुरु समदृष्टि है। गुरु ये पक्षवाद नहीं करता भी ये मेरा पुत्र है, इनू मैं पहल देवां, ये सेवक कोई होर है, इनू दूजा नंबर नहीं। गुरु का प्यार बराबर ही है। प्रवान वो है जिहड़ा बचन मनेगा। भावें बाबा श्री चंद ते भावें भाई लहणा साहब ने, एक पुत्र जी ने, एक सेवक है। महाराज ने जानबूझ के नहीं आख्या भी गुरता गद्दी ते भाई लहणा जी बैठन ते पुत्र ना बैठे, नहीं। बराबरता दोनों नूं है। सफला हो है बचन मनन वाला। ये सतगुरु पातशाह पुत्रां ते सिखां नूं बराबर रखदे।